ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਿਛਲੀ ਬੈਠਕ ਦੇ ਵਿੱਚ ਆਪਾਂ ਸ਼ਬਦ ਵਿਚਾਰਿਆ ਸੀ, ਮੇਰਾ ਮਨ ਐਸੀ ਭਗਤੇ ਬਨ ਆਈ, ਹਉ ਹਰ ਬਿਨ ਖਿਨ ਪਲ ਰਹਿ ਨਾ ਸਕੋ, ਜੈਸੇ ਜਲ ਬਿਨ ਮੀਨ ਮਰ ਜਾਈ। ਆਪਾਂ ਅੱਗੇ ਵੱਧ ਰਹੇ ਹਾਂ ਕਿਉਂਕਿ ਸੰਗਤ ਚੋਂ ਬੇਨਤੀ ਆਈ ਸੀ ਕਿ ਆਪਾਂ ਲਾਵਾਂ ਦੇ ਜਿਹੜੀ 4 ਲਾਵਾਂ ਨੇ ਉਹਦੀ ਵਿਆਖਿਆ ਕਰਨੀ ਹੈ। ਬਹੁਤ ਉੱਚ ਹੱਦੀ ਵੈਣ ਨੇ ਬਾਬੇ ਨਾਨਕ ਦੇ, ਧੰਨ ਗੁਰੂ ਰਾਮਦਾਸ ਪਾਤਸ਼ਾਹ ਦੇ ਮੁਖੋਂ। ਔਰ ਉਸੇ ਕਰਕੇ ਹੀ ਆਪਾਂ ਇਹ ਗੁਰੂ ਰਾਮਦਾਸ ਪਾਤਸ਼ਾਹ ਦੀ ਬਾਣੀ ਪੜ੍ਹਨੀ ਸ਼ੁਰੂ ਕੀਤੀ ਹੈ। ਤਕਰੀਬਨ 2-3 ਬੈਠਕਾਂ ਦੇ ਵਿੱਚ ਆਪਾਂ ਅੱਗੇ ਪਹੁੰਚਾਂਗੇ ਔਰ ਲਾਵਾਂ ਦੀ ਬਾਣੀ ਪੜ੍ਹ ਕੇ ਉਹਨਾਂ ਭਾਵਾਂ ਦੇ ਦੇਸ਼ 'ਚ ਖੇਲਾਂਗੇ ਜਿੱਥੇ ਜਾ ਕੇ ਇਹ ਗੁਰਬਾਣੀ ਆਈ ਹੈ। ਔਰ ਗੁਰੂ ਰਾਮਦਾਸ ਲਾਵਾਂ ਜਿਹੜੀਆਂ ਨੇ ਉਹ ਆਤਮਾ ਦਾ ਤੇ ਪਰਮਾਤਮਾ ਦਾ ਸੁਮੇਲ ਹੈ। ਆਪਾਂ ਥੋੜੀ ਜਿਹੀ ਇਹਦੀ ਭੂਮਿਕਾ ਪਿਛਲੀ ਬੈਠਕ ਦੇ ਵਿੱਚ ਦੱਸ ਦਿੱਤੀ ਸੀ ਕਿ ਮੇਲ ਤਾਂ ਹੀ ਹੁੰਦਾ ਹੈ ਜੇਕਰ ਇੱਕ ਦੂਜੇ ਦੇ ਕਰੈਕਟਰਿਸਟਿਕਸ, ਆਦਤਾਂ, ਸੁਭਾਅ ਮਿਲ ਜਾਣ। ਸੋ ਆਪਾਂ ਇੱਥੇ ਹੁਣ ਗੱਲ ਕਰਨੀ ਹੈ ਕਿ ਭਗਤੀ ਕਿਸ ਤਰ੍ਹਾਂ ਕਰਨੀ, ਕਿਸ ਤਰ੍ਹਾਂ ਦੀ ਭਗਤੀ ਜਿਹੜੀ ਹੈ ਪਰਮਾਤਮਾ ਨੂੰ ਭਾ ਰਹੀ ਹੈ। ਤੇ ਗੁਰੂ ਰਾਮਦਾਸ ਪਾਤਸ਼ਾਹ ਜੋ ਸਾਨੂੰ ਸਮਝਾ ਰਹੇ ਨੇ ਉਹ ਆਪਾਂ ਹਉ ਹਰ ਬਿਨ ਖਿਨ ਪਲ ਰਹਿ ਨਾ ਸਕੋ, ਜੈਸੇ ਜਲ ਬਿਨ ਮੀਨ ਮਰ ਜਾਈ। ਐਸੀ ਅਵਸਥਾ ਹੈ ਕਿ ਨਾਮ ਤੋਂ ਬਿਨਾ, ਸ਼ਬਦ ਤੋਂ ਬਿਨਾ ਇੱਕ ਖਿਨ ਪਲ ਵੀ ਮੈਂ ਰਹਿ ਨਹੀਂ ਸਕਦਾ। ਜਿੱਦਾਂ ਮੱਛੀ ਨੂੰ ਪਾਣੀ ਚੋਂ ਬਾਹਰ ਕੱਢੀਏ ਤੇ ਉਹ ਤੜਫ ਕੇ ਮਰ ਜਾਂਦੀ ਹੈ, ਐਸੀ ਮੇਰੀ ਹਾਲਤ ਹੋਈ ਹੈ। ਸੋ ਉਸੇ ਕੜੀ ਦੇ ਵਿੱਚ ਆਪਾਂ ਅੱਜ ਸ਼ਬਦ ਵਿਚਾਰ ਰਹੇ ਹਾਂ, ਗੁਰਸਿੱਖ ਮੀਤ ਚੱਲੋ ਗੁਰ ਚਾਲੀ। ਗੁਰਸਿੱਖ ਮੀਤ ਚੱਲੋ ਗੁਰ ਚਾਲੀ। ਗੁਰੂ ਦੀ ਚਾਲ ਕੀ ਹੈ? ਗੁਰੂ ਦੀ ਚਾਲ ਤੋਂ ਭਾਵ ਕੀ ਹੈ? ਕੀ ਸਾਨੂੰ ਗੁਰੂ ਰਾਮਦਾਸ ਪਾਤਸ਼ਾਹ ਇੱਥੇ ਦੱਸਣਾ ਚਾਹੁੰਦੇ ਨੇ, ਗਿਆਨ ਦੇ ਰਹੇ ਨੇ? ਇਹ ਹੈ ਗੁਰ ਕੀ ਕਰਨੀ ਕਾਹੇ ਧਾਵੋ, ਗੁਰ ਕਹਿਆ ਸਾਕਾਰ ਕਮਾਵੋ। ਮੈਂ ਸਾਰੀਆਂ ਤੁਕਾਂ ਔਰ ਸਾਰੀਆਂ ਐਗਜ਼ਾਮਪਲਸ ਮੈਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚੋਂ ਲੈ ਰਿਹਾ। ਗੁਰ ਕੀ ਕਰਨੀ ਕਾਹੇ ਧਾਵੋ, ਗੁਰ ਕਹਿਆ ਸਾਕਾਰ ਕਮਾਵੋ। ਇਹਨੇ ਗੁਰੂ ਦੀ ਕਰਨੀ ਵੱਲ ਨਹੀਂ ਜਾਣਾ, ਅਸੀਂ ਗੁਰੂ ਨੇ ਕੀ ਕੀਤਾ ਉਹਦੇ ਵੱਲ ਨਹੀਂ ਜਾਣਾ। ਜੋ ਗੁਰੂ ਨੇ ਕਿਹਾ ਹੈ ਅਸੀਂ ਉਹ ਚੀਜ਼ ਫੜਨੀ। ਜੋ ਗੁਰੂ ਨੇ ਕਹਿ ਦਿੱਤਾ ਹੈ ਅਸੀਂ ਉਹ ਚੀਜ਼ ਫੜਨੀ ਆ। ਔਰ ਗੁਰੂ ਨੇ ਕੀ ਕਿਹਾ? ਗੁਰੂ ਨੇ ਗੁਰਬਾਣੀ ਸਾਰੀ ਸਾਨੂੰ ਦਿੱਤੀ ਹੈ, ਕਹਿ ਕੇ, ਬੋਲ ਕੇ, ਲਿਖ ਕੇ। ਗੁਰ ਕੀ ਕਰਨੀ ਕਾਹੇ ਧਾਵੋ, ਗੁਰ ਕਹਿਆ ਸਾਕਾਰ ਕਮਾਵੋ। ਅਸੀਂ ਉਹ ਕੰਮ ਕਰਨਾ ਜੋ ਗੁਰੂ ਨੇ ਸਾਨੂੰ ਕਹਿ ਕੇ ਦੱਸਿਆ, ਲਿਖ ਕੇ ਦੱਸਿਆ, ਸਾਨੂੰ ਗੁਰਬਾਣੀ ਦੇ ਵਿੱਚ ਗਿਆਨ ਦਿੱਤਾ।
ਇਹ ਦੱਖਣੀ ਓਂਕਾਰ ਰਾਮਕਲੀ ਮਹੱਲਾ ਪਹਿਲਾ ਗੁਰੂ ਨਾਨਕ ਪਾਤਸ਼ਾਹ ਦੀ ਬਾਣੀ ਹੈ, ਉਹਦੇ ਚੋਂ ਮੈਂ ਇਹ ਪ੍ਰਮਾਣ ਲੈ ਰਿਹਾ। पेज नंबर 938। ਇੱਥੇ ਗੁਰੂ ਰਾਮਦਾਸ ਪਾਤਸ਼ਾਹ ਸਾਨੂੰ ਬੜਾ ਕੀਮਤੀ ਗਿਆਨ ਦੇ ਰਹੇ ਨੇ। ਪੋਥੀ ਪਰਮੇਸ਼ਰ ਕਾ ਥਾਨ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਪੰਨਾ ਨੰਬਰ 667, पेज नंबर 667। गुरसिख मीत चलो गुर चाली। गुरु दी चाल जिहड़ी है, गुरु दा दस्सिया होया जीवन राह है, गुरु दा दस्सिया होया मार्ग है। ਅਸੀਂ ਉਸ ਮਾਰਗ ਤੇ ਚੱਲਣਾ। ਗੁਰੂ ਦੇ ਕਦਮ 'ਚ ਕਦਮ ਅਸੀਂ ਮਿਲਾਉਣਾ ਹੈ, ਗੁਰੂ ਦੇ ਪੈਰ 'ਚ ਪੈਰ ਅਸੀਂ ਰੱਖਣਾ ਹੈ। ਇਹ ਹੈ ਗੁਰੂ ਦਾ ਦੱਸਿਆ ਹੋਇਆ ਮਾਰਗ ਕਿ ਜੋ ਗੁਰ ਕਹੈ ਸੋਈ ਭਲ ਮਾਨੋ। ਹੁਣ ਇੱਥੇ ਜਿਹੜੀ ਗੁੱਝੀ ਚੀਜ਼ ਨਿਕਲ ਕੇ ਆਉਣੀ ਹੈ, ਬਾਣੀ ਦੇ ਦਰਸ਼ਨ ਕਰੋ। ਰਾਰੇ ਨੂੰ ਔਂਕੜ ਹੈ, ਜੋ ਗੁਰ ਰਾਰੇ ਨੂੰ ਔਂਕੜ। ਇਹ ਕੀ ਸਾਨੂੰ ਦੱਸ ਰਿਹਾ? ਇਸ ਤੋਂ ਭਾਵ ਇਹ ਹੈ ਕਿ ਅਸੀਂ ਗੁਰੂ ਦੀ ਦੇਹ ਵੱਲ ਨਹੀਂ ਜਾਣਾ, ਗੁਰੂ ਦੀ ਦੇਹ ਵਾਲੇ ਪਾਸੇ ਬਿਲਕੁਲ ਨਹੀਂ ਜਾਣਾ ਅਸੀਂ, ਕਿਉਂਕਿ ਦੇਹ ਗੁਰੂ ਨਹੀਂ ਹੈ, ਬਾਡੀ ਗੁਰੂ ਨਹੀਂ ਹੈ। ਉਸ ਦੇਹ ਦੇ ਵਿੱਚ ਸਤਿਗੁਰ ਦੀ ਕਿਰਪਾ ਦੇ ਨਾਲ ਜਿਹੜਾ ਗਿਆਨ ਆ ਰਿਹਾ ਹੈ, ਜਿਹੜੀ ਬਾਣੀ ਆ ਰਹੀ ਹੈ, ਉਹ ਗੁਰੂ ਹੈ। ਦੇਹ ਗੁਰੂ ਨਹੀਂ ਹੁੰਦੀ। ਜੋ ਗੁਰ ਕਹੈ ਸੋਈ ਭਲ ਮਾਨੋ। ਹਰ ਹਰ ਕਥਾ ਨਿਰਾਲੀ। ਉਹ ਗੁਰੂ ਜੋ ਗਿਆਨ ਦੱਸ ਰਿਹਾ ਹੈ, ਉਸ ਨੂੰ ਅਸੀਂ ਮੰਨਣਾ ਹੈ, ਉਸ ਨੂੰ ਅਸੀਂ ਅਮਲ 'ਚ ਲੈ ਕੇ ਆਉਣਾ ਹੈ। ਔਰ ਇਹ ਗਿਆਨ ਕਿਸ ਚੀਜ਼ ਤੇ ਆਧਾਰਿਤ ਹੈ? ਉਹ ਹੈ ਹਰ ਹਰ ਕਥਾ ਨਿਰਾਲੀ। ਨਾਮ ਜਪਣਾ। ਕਥਾ ਦਾ ਮੀਨਿੰਗ ਹੁੰਦਾ ਹੈ ਕਿਸੇ ਚੀਜ਼ ਨੂੰ ਕਥਣਾ, ਕਿਸੇ ਚੀਜ਼ ਨੂੰ ਰਿੜਕ ਕੇ ਵੱਖਰੇ ਵੱਖਰੇ ਢੰਗ ਦੇ ਨਾਲ ਇੱਕ ਚੀਜ਼ ਕਥ ਕੇ ਸਮਝਾਉਣੀ, ਗਿਆਨ ਦੇਣਾ, ਗਿਆਨ ਵੰਡਣਾ, ਗਿਆਨ ਕਰਨਾ, ਗਿਆਨ ਦਾ ਦੱਸਣਾ ਕਰਨਾ। ਸਿੱਖੀਜ਼ਮ ਦੇ ਵਿੱਚ ਨਾਮ ਤੋਂ ਬਿਨਾਂ ਹੋਰ ਕਿਸੇ ਚੀਜ਼ ਨੂੰ ਅਹਿਮੀਅਤ ਨਹੀਂ ਹੈ। ਅਸੀਂ ਬਾਬੇ ਨਾਨਕ ਦੀਆਂ ਤੁਕਾਂ ਪੜ੍ਹਦੇ ਆ ਰਹੇ ਹਾਂ, ਜਪੋ ਤਾਂ ਏਕੋ ਨਾਮਾ ਅਵਰ ਨਿਰਾ ਫਲ ਕਾਮਾ। ਮੈਂ ਸ਼ੁਰੂਆਤ ਦੇ ਵਿੱਚ ਹੀ ਬੇਨਤੀ ਕੀਤੀ ਸੀ ਕਿ ਆਪਾਂ ਬੜਾ ਵਿਸ਼ਾਲ ਹਿਰਦਾ ਰੱਖ ਕੇ ਇਹ ਚੀਜ਼ਾਂ ਅਡਾਪਟ ਕਰਨੀਆਂ ਨੇ, ਕਿਉਂਕਿ ਸਾਡਾ ਮਾਈਂਡ ਸੈਟ ਜਿਹੜਾ ਉਹ ਬਾਣੀ ਤੇ ਆਧਾਰਿਤ ਨਹੀਂ ਹੈ। 95% ਜਿਹੜਾ ਹੈ ਬਾਣੀ ਤੇ ਆਧਾਰਿਤ ਨਹੀਂ ਹੈ ਮਾਈਂਡ ਸੈਟ। ਸਾਡਾ ਮਾਈਂਡ ਸੈਟ ਬਾਣੀ ਤੋਂ ਬਾਅਦਲੀਆਂ ਜੋ ਚੀਜ਼ਾਂ ਨੇ ਉਸ ਤੇ ਆਧਾਰਿਤ ਹੈ। ਮੈਂ ਬੜੇ ਸਤਿਕਾਰ ਪਿਆਰ ਦੇ ਨਾਲ ਲਫ਼ਜ਼ਾਂ ਦਾ ਧਿਆਨ ਰੱਖ ਕੇ ਬੋਲਣ ਦੀ ਕੋਸ਼ਿਸ਼ ਕਰਦਾ ਹਾਂ, ਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ। ਇੱਕ ਗੱਲ ਮੈਂ ਬੜਾ ਜ਼ੋਰ ਦੇ ਕੇ ਕਹੂੰਗਾ, ਬਾਣੀ ਹੀ ਸਾਡਾ ਗੁਰੂ ਹੈ। ਪੋਥੀ ਪਰਮੇਸ਼ਰ ਕਾ ਥਾਨ, ਸਾਧ ਸੰਗ ਗਾਵਹਿ ਗੁਣ ਗੋਬਿੰਦ, ਪੂਰਨ ਬ੍ਰਹਮ ਗਿਆਨ। ਸਾਨੂੰ ਹੋਰ ਕਿਸੇ ਗਿਆਨ ਦੀ ਲੋੜ ਨਹੀਂ ਹੈ। ਇਹ ਜਿਹੜਾ 1429 ਸਫ਼ੇ ਦਾ ਗਿਆਨ ਹੈ, ਇਹ ਕੰਪਲੀਟ ਹੈ, ਪੂਰਾ ਹੈ। ਜੇ ਅਸੀਂ ਇਸ ਤੋਂ ਇਲਾਵਾ ਕੋਈ ਹੋਰ ਗਿਆਨ
ਆਪਣੇ ਗੁਰਬਾਣੀ ਗੁਰੂ ਦੇ ਬਰਾਬਰ ਲੈ ਕੇ ਆਉਂਦੇ ਆ ਤੇ ਅਸੀਂ ਨਰਾਦਰੀ ਕਰਦੇ ਹਾਂ, ਅਸੀਂ ਬੇਅਦਬੀ ਕਰਦੇ ਹਾਂ ਗੁਰਬਾਣੀ। ਸੋ ਇਹ ਜੋ ਸ਼ਬਦ, ਜੋ ਗਿਆਨ ਸਾਨੂੰ ਗੁਰੂ ਰਾਮਦਾਸ ਪਾਤਸ਼ਾਹ ਬਖਸ਼ਿਸ਼ ਕਰਦੇ ਨੇ, ਉਹਨੂੰ ਅਸੀਂ ਮੰਨਣਾ ਹੈ, ਉਹਨੂੰ ਅਸੀਂ ਕੇਵਲ ਪਾਠ ਨਹੀਂ ਕਰਨਾ, ਉਹਨੂੰ ਆਪਾਂ ਜੀਵਨ ਦੇ ਵਿੱਚ ਅਡਾਪਟ ਕਰਨਾ ਹੈ। ਔਰ ਇੱਕੋ ਹੀ ਚੀਜ਼ ਕਹਿ ਰਹੇ ਆ, ਗੁਰੂ ਦੀ ਚਾਲ ਵੀ ਇੱਕੋ ਹੀ ਹੈ, ਗੁਰੂ ਦਾ ਗਿਆਨ ਵੀ ਇੱਕੋ ਹੀ ਗੱਲ ਕਰ ਰਿਹਾ ਕਿ ਹਰ ਹਰ ਕਥਾ ਨਿਰਾਲੀ, ਹਰ ਹਰ ਕੀਰਤਮ ਨਾਮ ਹੈ, 2 ਵਾਰ ਰਿਪੀਟ ਹੋ ਰਿਹਾ ਹੈ। ਇਹੋ ਹੀ ਸਾਡੀ ਕਥਾ ਹੈ ਨਿਰਾਲੀ। ਨਹੀਂ ਤੇ ਕਥਾ ਤੇ ਜਿਹੜੇ ਧਰਮ ਮਹੱਲੇ ਚੌਥੇ ਦੇ ਸਾਹਮਣੇ ਸੀ, ਕਥਾ ਵਿਚਾਰ ਤੇ ਉੱਥੇ ਬਥੇਰੀ ਹੋ ਰਹੀ ਸੀ। ਹਿੰਦੂਇਜ਼ਮ ਦੇ ਵਿੱਚ ਬਹੁਤ ਕਥਾ ਹੋ ਰਹੀ ਸੀ, ਮੁਸਲਮਾਨ ਬੜੀ ਕਥਾ ਕਰਦੇ ਸੀ। ਇਹ ਨਿਰਾਲਾ ਤਾਂ ਇਹਨੂੰ ਕਿਹਾ ਵੀ ਸਾਡੀ ਜਿਹੜੀ ਕਥਾ ਹੈ ਉਹ ਹੈ ਹੀ ਨਾਮ ਹੈ। ਲਫ਼ਜ਼ ਜਿਹੜੇ ਆ ਉਹ ਅਸੀਂ ਗੁਰਬਾਣੀ ਚੋਂ ਹੀ ਕੱਢ ਕੇ ਬਾਹਰ ਗਲਤ ਚੀਜ਼ਾਂ ਦੇ ਉੱਤੇ ਵਰਾ ਦਿੱਤੇ ਆ। ਮੈਂ ਪ੍ਰਕਾਸ਼ ਦੇ ਬਾਰੇ ਚੰਗੀ ਤਰ੍ਹਾਂ ਦੱਸਦਾ ਆ ਰਿਹਾ, ਅੱਗੇ ਜਾ ਕੇ ਇਹਦੇ ਉੱਤੇ ਆਪਾਂ ਹੋਰ ਮਿਹਨਤ ਕਰਾਂਗੇ ਔਰ ਗੁਰੂ ਪਾਤਸ਼ਾਹ ਬਖਸ਼ਿਸ਼ ਕਰਨਗੇ। ਜਿਉਂ-ਜਿਉਂ ਅਸੀਂ ਬਾਣੀ ਨੂੰ ਪੜ੍ਹ ਕੇ ਸਮਝਾਂਗੇ, ਫਿਰ ਬੁੱਝਾਂਗੇ, ਤਿਉਂ-ਤਿਉਂ ਪਾਤਸ਼ਾਹ ਸਾਨੂੰ ਹਰ ਰੋਜ਼ ਨਵੇਂ ਗਿਆਨ ਦੀ ਸਾਨੂੰ ਬਖਸ਼ਿਸ਼ ਕਰਨੀ ਹੈ ਸਤਿਗੁਰੂ। ਸੋ ਗੁਰੂ ਦੀ ਚਾਲ ਜਿਹੜੀ ਹੈ ਉਹ ਹੈ, ਗੁਰ ਕੀ ਕਰਨੀ ਕਾਹੇ ਧਾਵੋ, ਗੁਰ ਕਹਿਆ ਸਾਕਾਰ ਕਮਾਵੋ। ਗੁਰੂ ਦਾ ਕਹਿਣਾ ਇੰਪੋਰਟੈਂਟ ਹੈ, ਅਸੀਂ ਉਹ ਚਾਲ ਫੜਨੀ ਹੈ ਜੋ ਸਾਨੂੰ ਗੁਰੂ ਨੇ ਕਿਹਾ, ਉਹਨੂੰ ਅਸੀਂ ਅਡਾਪਟ ਕਰਨਾ ਹੈ। ਤੇ ਗੁਰੂ ਨੇ ਕੋਈ ਦੂਜੀ ਗੱਲ ਹੀ ਨਹੀਂ ਕੀਤੀ, ਗੁਰੂ ਨੇ ਸਾਰਾ ਜ਼ੋਰ ਹੀ ਰੈਪੀਟੀਸ਼ਨ ਆਫ ਨਾਮ ਤੇ ਲਾਇਆ, ਹਰ ਹਰ। ਔਰ ਇਸੇ ਰੈਪੀਟੀਸ਼ਨ ਆਫ ਨਾਮ ਨੂੰ ਕਥਾ ਕਿਹਾ ਹੈ। ਇਹ ਤਾਈਓ ਨਿਰਾਲੀ ਹੈ, ਇਹ ਹਰ ਕੋਈ ਕਰ ਸਕਦਾ। ਨਾਮ ਜਪੋ ਡਟ ਕੇ, ਵੱਧ ਤੋਂ ਵੱਧ। ਜਦੋਂ ਜਿੱਥੇ ਕਿਤੇ ਮਨ ਹਟਦਾ ਹੈ ਨਾਮ ਜਪਣ ਤੋਂ, ਉਦੋਂ ਫਿਰ ਬਾਣੀ ਵਾਲੇ ਪਾਸੇ ਆਓ, ਉਦੋਂ ਫਿਰ ਬਾਣੀ ਪੜ੍ਹੋ ਡਟ ਕੇ। ਇਹ ਹੈ ਸ਼ਬਦ ਦਾ ਰਹਾਓ, ਸੈਂਟਰਲ ਆਈਡੀਆ। ਗੁਰਸਿੱਖ ਮੀਤ, ਜੇ ਆਪਣੇ ਆਪ ਨੂੰ ਸਿੱਖ ਸਮਝਦੇ ਹਾਂ ਅਸੀਂ, ਜੇ ਅਸੀਂ ਗੁਰੂ ਦੇ ਮੀਤ ਬਣਨਾ, ਤੇ ਜੋ ਗੁਰੂ ਕਹਿ ਰਿਹਾ, ਗਿਆਨ ਸਾਨੂੰ ਦੇ ਰਿਹਾ, ਉਹ ਸਾਨੂੰ ਮੰਨਣਾ ਪੈਣਾ। ਉਹ ਹੈ ਹੀ ਗੱਲ ਇੱਕੋ ਹੈ, ਹਰ ਹਰ ਕਥਾ ਨਿਰਾਲੀ। ਉਹ ਦੂਸਰੀ ਕੋਈ ਗੱਲ ਹੀ ਨਹੀਂ। ਇਸੇ ਮਹੱਲੇ ਦੀ ਬਾਣੀ ਹੈ, ਗੁਰ ਸਤਿਗੁਰ ਕਾ ਜੋ ਸਿੱਖ ਅਖਾਏ, ਸੋ ਭਲ ਕੇ ਉੱਠੇ ਹਰ ਨਾਮ ਧਿਆਵੇ। ਇਹ ਮੰਨਣਾ ਕਰੋ ਭਾਈ, ਇਸ ਚੀਜ਼ ਦਾ ਮੰਨਣਾ ਕਰੋ, ਇਹਨੂੰ ਅਡਾਪਟ ਕਰੋ, ਦੇਖੋ ਕਲਾ ਵਰਤੇਗੀ। ਗੁਰੂ ਨੇ ਸਾਨੂੰ ਸਿਰਫ ਦੱਸਿਆ ਨਹੀਂ ਹੈ, ਗੁਰੂ ਨੇ ਆਪ ਵੀ ਕੀਤਾ ਔਰ ਸਾਨੂੰ ਲਿਖ ਕੇ ਦਿੱਤਾ। ਇਹ ਹੋ ਸਕਦਾ, ਪੋਸੀਬਲ। ਦਰਸ਼ਨ ਵੀ ਪੋਸੀਬਲ ਨੇ। ਐਸ ਸਰੀਰ ਨੂੰ ਛੱਡ ਕੇ ਆਪਣਾ ਸੂਖਮ ਸਰੀਰ ਵੱਖ ਕਰਕੇ ਖੰਡਾਂ ਬ੍ਰਹਮੰਡਾਂ 'ਚ ਜਾ ਕੇ ਆਉਣਾ ਵੀ ਪੋਸੀਬਲ ਹੈ। ਭਗਤਾਂ ਦੇ ਦਰਸ਼ਨ ਵੀ ਪੋਸੀਬਲ ਨੇ, ਗੁਰੂ ਸਾਹਿਬਾਨ ਦੇ ਦਰਸ਼ਨ ਵੀ ਪੋਸੀਬਲ ਨੇ, ਕਿਉਂਕਿ ਉਹ ਜੀਵਤ ਨੇ, ਦੇਹ ਕਰਕੇ ਨਹੀਂ, ਦੇਹ ਕੱਚੀ ਹੈ।
ਹੁਣ ਇਸ ਸੈਂਟਰਲ ਆਈਡੀ ਦੇ ਉੱਤੇ ਅਸੀਂ ਸਾਰਾ ਸ਼ਬਦ ਜਿਹੜਾ ਹੈ ਉਹ ਵਾਚਣਾ ਹੈ, ਪੜ੍ਹਨਾ ਹੈ, ਘੋਖਣਾ ਹੈ। ਧਨਾਸਰੀ ਮਹੱਲਾ ਚੌਥਾ। ਹਮ ਅੰਧਲੇ ਅੰਧ ਬਿਖੈ ਬਿਖ ਰਾਤੇ, ਕਿਉ ਚਾਲੇ ਗੁਰ ਚਾਲੀ। ਆਪਾਂ ਸ਼ਬਦਾਂ ਚੋਂ ਲੱਭਦੇ ਆ ਰਹੇ ਹਾਂ, ਅੱਤ ਦੀ ਗਰੀਬੀ ਹੈ ਗੁਰੂ ਨਾਨਕ ਦੇ ਘਰ 'ਚ, ਅੱਤ ਦੀ ਗਰੀਬੀ। ਔਰ ਇੱਕ ਹੋਰ ਦੱਸਦਾ ਕਿ ਇਹਦਾ ਕੋਈ ਮੈਚ ਨਹੀਂ ਹੈ, ਇਹਦਾ ਕੋਈ ਤੋੜ ਨਹੀਂ ਹੈ। ਇਹ ਗਰੀਬੀ ਸਾਨੂੰ ਹੋਰ ਕਿਤੇ ਨਹੀਂ ਮਿਲਦੀ। ਵਿਦਆਊਟ ਐਨੀ ਕੰਡੀਸ਼ਨ ਅਸੀਂ ਗੁਰੂ ਨਾਲ ਪ੍ਰੇਮ ਕਰਨਾ ਹੈ। ਹਮ ਅੰਧਲੇ, ਅਸੀਂ ਤੇ ਕਹਿੰਦੇ ਅੰਨੇ, ਸਾਨੂੰ ਦੀਦਾ ਹੀ ਕੱਖ ਨਹੀਂ। ਅੰਧ ਬਿਖੈ ਬਿਖ ਰਾਤੇ, ਅੰਨੇਪਣੇ ਨੇ ਐਸਾ ਪਰਦਾ ਸਾਡੇ ਅੱਖਾਂ ਦੇ ਅੱਗੇ ਕੀਤਾ ਹੈ ਕਿ ਅਸੀਂ ਮਾਇਆ ਦੇ ਜ਼ਹਿਰ ਦੇ ਵਿੱਚ ਰੱਤੇ ਪਏ ਆ। ਤੇ ਗੁਰੂ ਦੀ ਚਾਲ ਦਾ ਸਾਨੂੰ ਕਿੱਦਾਂ ਪਤਾ ਲੱਗੇਗਾ? ਸਾਡੇ ਕੋਲ ਤੇ ਸਮਾਂ ਹੀ ਹੈ ਨਹੀਂ। ਦੇਖੋ, ਆਪਣਾ ਵਿਸ਼ਲੇਸ਼ਣ ਆਪ ਕਰੋ। ਹੁਣ ਤੇ ਚਲੋ ਭਲਾ ਕਰੋਨਾ ਕਰਕੇ ਸਾਰੇ ਘਰ 'ਚ ਰਹਿਣਾ ਗਿੱਝ ਗਏ ਨੇ। ਤਕਰੀਬਨ ਪਿਛਲੇ 6-8 ਮਹੀਨਿਆਂ ਤੋਂ ਅਸੀਂ ਸਾਡਾ ਇਹ ਰੂਟੀਨ ਹੀ ਬਣ ਚੁੱਕਾ ਹੈ। ਲੇਕਿਨ ਸਾਡਾ ਪਹਿਲਾਂ ਹੈ ਕੀ ਸੀ? ਦੇਖੋ, ਸਵੇਰੇ ਉੱਠੇ ਦਵਾ ਦਵ ਨਹਾ ਧੋ ਕੇ ਆਪਣਾ ਨਿਤਨੇਮ, ਚਲੋ ਜੀ, ਉਹ ਵੀ ਭੱਜੇ ਨੱਠੇ ਅਸੀਂ ਅੱਧੇ ਬੰਦੇ ਤੇ ਕਾਰ 'ਚ ਬਹਿ ਕੇ ਆਪਣਾ ਦਵਾ ਦਵ ਦੌੜ ਫਾਸਟ, ਇੰਨਾ ਕੋਈ ਸਮਝਣਾ ਨਹੀਂ ਉਹਨੂੰ, ਬਾਣੇ ਨੂੰ ਵੀ ਕੀ ਕਹਿ ਕੀ ਰਿਹਾ, ਬਸ ਉਹਨੂੰ ਪਾਠ ਕਰ ਦਿਓ, ਗਿਣਤੀ ਪੂਰੀ ਕਰ ਦਿਓ ਤੇ ਸਾਡਾ ਕੰਮ ਪੂਰਾ ਹੋ ਗਿਆ। ਫਿਰ ਸਾਰਾ ਦਿਨ ਕੰਮ ਤੇ ਕਿਰਤ ਕਰਦਿਆਂ ਸਾਡਾ ਸਮਾਂ ਨਿਕਲਦਾ। ਉਸ ਤੋਂ ਬਾਅਦ ਫਿਰ ਸ਼ਾਮ ਨੂੰ ਆ ਗਏ ਜੀ, ਹੋਰ ਘਰ ਦੇ ਕੰਮ, ਪਰਿਵਾਰ। ਫਿਰ ਟੀਵੀ ਨਹੀਂ ਸਾਨੂੰ ਛੱਡਦਾ। ਉਸ ਤੋਂ ਬਾਅਦ ਫਿਰ ਚੱਲ ਥੱਕ ਥੁੱਕ ਕੇ ਬੰਦਾ ਸੌਂ ਜਾਂਦਾ। ਇਹ ਹੈ ਬਿਖ ਹੈ ਬਿਖ ਰਾਤੇ। ਖੋਟੀ ਮਾਇਆ ਦੀ ਰਾਸ ਜਿਹਨੇ ਸਾਡੇ ਕਿਸੇ ਵੀ ਕੰਮ ਨਹੀਂ ਆਉਣਾ, ਅਸੀਂ ਉਹਦੇ ਦੁਆਲੇ ਭੱਜੇ ਫਿਰਦੇ। ਅਸੀਂ ਸਮਾਂ ਹੀ ਨਹੀਂ ਦਿੱਤਾ ਗੁਰੂ ਨੂੰ, ਅੱਖਾਂ ਤੋਂ ਪਰਦਾ ਹੀ ਨਹੀਂ ਚੁੱਕਿਆ। ਤੇ ਗੁਰੂ ਦੀ ਚਾਲ ਅਸੀਂ ਕਿਹੜੇ ਵੇਲੇ ਫੜਨੀ ਸੀ? ਕਿੱਦਾਂ ਤੁਰਨਾ ਸੀ ਉਹ ਕਦਮ 'ਚ ਕਦਮ ਮਿਲਾ ਕੇ? ਇਹ ਉਦਮ ਤੇ ਕਰਨਾ ਪੈਣਾ। ਬੜੀ ਸੋਹਣੀ ਕਹਾਵਤ ਹੈ, ਇੱਕ ਗੁਰਮੁਖਾਂ ਨੇ ਸਾਂਝੀ ਕੀਤੀ ਮੇਰੇ ਨਾਲ। ਕਹਿੰਦੇ, ਉਦਮ ਅੱਗੇ ਲక్ష్ਮੀ, ਪੱਖੇ ਅੱਗੇ ਪੌਣ। ਉਹ ਉਦਮ ਕਰਾਂਗੇ, ਸਾਰਾ ਕੁਝ ਪੋਸੀਬਲ ਹੋ ਸਕਦਾ। ਦੁਨਿਆਵੀ ਤੌਰ ਤੇ ਉਦਮ ਕਰੋਗੇ, ਮਿਹਨਤ ਕਰੋਗੇ, ਤੁਸੀਂ ਪੈਸੇ ਕਮਾ ਲਓਗੇ। ਆਤਮਿਕ ਤੌਰ ਤੇ ਜਦੋਂ ਉਦਮ ਕਰਨਾ ਹੈ, ਗੁਰੂ ਦੇ ਦੱਸੇ ਹੋਏ ਮਾਰਗ ਤੇ ਚੱਲਣਾ, ਤੇ ਉਦੋਂ ਫਿਰ ਦਰਸ਼ਨ ਵੀ ਪੋਸੀਬਲ ਨੇ। ਐਸ ਸਰੀਰ ਚੋਂ ਨਿਕਲ ਕੇ ਖੰਡਾਂ ਬ੍ਰਹਿਮੰਡਾਂ ਦੀ ਯਾਤਰਾ ਕਰਨੀ
ਭਗਤਾਂ ਦੇ ਦਰਸ਼ਨ ਕਰਨੇ, ਗੁਰੂਆਂ ਦੇ ਦਰਸ਼ਨ ਕਰਨੇ ਸੰਭਵ ਨਹੀਂ। ਆ ਜਿਹੜਾ ਨਵਾਂ ਰਿਵਾਜ ਚੱਲਿਆ ਅਪਗ੍ਰੇਡ ਲਾਣਾ, ਜਿਹਨੂੰ ਸੋਸ਼ਲ ਮੀਡੀਆ ਤੇ ਕਿਹਾ ਜਾਂਦਾ, ਅਸੀਂ ਕਿਸੇ ਨੂੰ ਮਾੜਾ ਚੰਗਾ ਨਹੀਂ ਕਹਿਣਾ। ਇਹ ਕੀ ਹੈ ਕਿ ਥੋੜਾ ਥੋੜਾ ਲੱਗ ਲੱਗ ਕੇ ਕਰ ਕਰਕੇ ਕਹਿੰਦੇ ਮਿਲਦਾ ਤੇ ਕੁਛ ਹੈ ਨਹੀਂਗਾ, ਚਲੋ ਜੀ ਛੱਡੋ ਪਰੇ ਜੀ, ਇਹ ਤੇ ਕੰਮ ਹੀ ਠੀਕ ਨਹੀਂ। ਇਹ ਕੀ ਕਰਨਾ ਜੀ, ਵਾਹਿਗੁਰੂ ਵਾਹਿਗੁਰੂ ਚ ਤਾਂ ਨਿਕਲਿਆ ਹੀ ਕੱਖ ਨਹੀਂ। ਇਹ ਨਿਕਲੂਗਾ ਤੇ ਤਾਂ ਜਦੋਂ ਅਸੀਂ ਮਾਇਆ ਦੇ ਵਿੱਚੋਂ ਨਿਕਲ ਕੇ ਉਦਮ ਕਰਨਾ, ਇੱਧਰ ਨੂੰ ਗੁਰੂ ਦੀ ਚਾਲ ਫੜਨੀ ਹੈ, ਗੁਰੂ ਦਾ ਕਹਿਆ ਅਸੀਂ ਆਪਣੇ ਅੰਦਰ ਲੈ ਕੇ ਜਾਣਾ, ਫਿਰ ਗੁਰੂ ਵੀ ਸਹਾਈ ਹੁੰਦਾ। ਸਤਿਗੁਰ ਦਇਆ ਕਰੇ ਸੁਖ ਦਾਤਾ, ਹਮ ਲਾਵੈ ਆਪਨ ਪਾਲੀ। ਜੇ ਅਸੀਂ ਮਿਹਨਤ ਕਰਾਂਗੇ ਤੇ ਸਾਡੇ ਤੇ ਅਕਾਲ ਪੁਰਖ ਦੀ ਰਹਿਮਤ ਹੋਊ। ਕਿਉਂ ਨਹੀਂ ਹੋਏਗੀ? ਕੋਈ ਰੀਜ਼ਨ ਹੀ ਨਹੀਂ। ਜੇ ਲਿਖ ਕੇ ਦਿੱਤਾ ਤੇ ਜ਼ਰੂਰ ਹੋਏਗਾ। ਸਤਿਗੁਰ ਦਇਆ ਕਰੇ ਸੁਖ ਦਾਤਾ, ਹਮ ਲਾਵੈ ਆਪਨ ਪਾਲੀ। ਸਤਿਗੁਰ ਨੇ ਕੀ ਕਰਨਾ ਹੈ? ਆਪਣੇ ਪੱਲੇ ਨਾਲ ਸਾਨੂੰ ਬੰਨ ਕੇ ਲੈ ਜਾਣਾ। ਤੇ ਹੌਲੀ ਹੌਲੀ ਆਪਾਂ ਇਹ ਲਾਵਾਂ ਵਾਲੇ ਪਾਸੇ ਜਾਣਾ ਵੀ ਪੱਲਾ ਪੱਲੇ ਦੀ ਰਸਮ ਹੈ, ਕਿੱਧਰ ਨੂੰ ਕੀ ਸਾਨੂੰ, ਕਿੱਧਰ ਕਿੱਧਰ ਸਾਨੂੰ, ਕਿੱਥੇ ਕਿੱਥੇ ਸਾਨੂੰ ਇਹ ਲਫ਼ਜ਼ ਸਾਰੇ ਬਾਹਰ ਵਰਾ ਦਿੱਤੇ। ਔਰ ਅਸਲ ਜੋ ਗੁਰੂ ਨੇ ਬਖਸ਼ਿਸ਼ ਕੀਤੀ ਸੀ ਸਾਨੂੰ ਗਿਆਨ ਰਾਹੀਂ, ਉਹ ਚੀਜ਼ਾਂ ਅਸੀਂ ਵਿਸਾਰ ਹੀ ਦਿੱਤੀਆਂ। ਹਮ ਲਾਵੈ ਆਪਨ ਪਾਲੀ। ਸਤਿਗੁਰ ਨੇ ਪੱਲਾ ਸਾਨੂੰ ਆਪ ਹੀ ਫੜਾ ਦੇਣਾ। ਸੋ ਇੱਥੇ ਸਮਝਣਾ, ਦੇਖੋ ਗੁਰੂ ਦੀ ਚਾਲ ਕੀ ਹੈ? ਗੁਰੂ ਦੀ ਚਾਲ ਨਿਰਾਲੀ ਹੈ, ਹਰ ਹਰ ਕਥਾ ਨਿਰਾਲੀ, ਹਰ ਹਰ ਕਥਾ। ਸੋ ਦੂਸਰੀ ਲਾਈਨ ਦੇ ਵਿੱਚ ਆ ਦੇਖੋ, ਸਤ ਗੁਰ, ਰਾਰੇ ਨੂੰ ਔਂਕੜ ਹੈ। ਇਹ ਜਿਹੜੇ ਸ਼ਬਦ ਨੂੰ ਤੁਸੀਂ ਜਪਣਾ ਹੈ, ਉਸੇ ਸ਼ਬਦ ਦੀ ਮਿਹਰ ਹੋਣੀ ਹੈ। ਅਕਾਲ ਪੁਰਖ ਨੇ ਕਿਰਪਾ ਕਰਨੀ ਹੈ ਤੇ ਸਾਨੂੰ ਆਪਣੇ ਲੜ ਉਹਨਾਂ ਨੇ ਆਪਣੇ ਪੱਲੇ ਨਾਲ ਲਾ ਲੈਣਾ। ਸਾਡਾ ਹੁਣ ਕੀ ਫਰਜ਼ ਹੈ? ਗੁਰਸਿੱਖ ਮੀਤ ਚਲੋ ਗੁਰ ਚੱਲਦੀ, ਤੂੰ ਗੁਰੂ ਦਾ ਸਿੱਖ ਬਣ ਕੇ ਉਹਦੀ ਚਾਲ ਚ ਬਸ ਚੱਲਿਆ ਚੱਲੀ। ਜੋ ਗੁਰ ਕਹੈ ਸੋਈ ਭਲ ਮਾਨੋ। ਜੋ ਗੁਰੂ ਕਹਿ ਰਿਹਾ, ਬਾਣੀ ਦਾ ਗਿਆਨ ਜੋ ਤੈਨੂੰ ਦੇ ਰਿਹਾ, ਉਹਨੂੰ ਮੰਨੀ ਚੱਲ। ਉਹ ਗਿਆਨ ਕੀ ਹੈ? ਹਰ ਹਰ ਕਥਾ। ਵਾਹਿਗੁਰੂ 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 ਵਾਹਿਗੁਰੂ। ਬਸ ਇਹ ਕਹਿੰਦੇ ਜਾਓ, ਕਹਿੰਦੇ ਜਾਓ। ਹਰ ਹਰ ਕਥਾ ਨਿਰਾਲੀ ਰਹਾਓ। ਹੁਣ ਸਤਿਗੁਰੂ ਦੀ ਦਇਆ ਹੋਈ ਹੈ, ਉਹ ਆਪਣੇ ਪੱਲੇ ਨਾਲ ਸਾਨੂੰ ਲਾ ਲਿਆ ਤੇ ਬਸ ਹੁਣ ਅਸੀਂ ਵੀ ਉਹਦੀ ਜਿਹੜਾ ਪੱਲਾ ਹੈ ਉਹਦਾ ਘੁੱਟ ਕੇ ਫੜ ਲੈਣਾ। ਹਰ ਕੇ ਸੰਤ ਸੁਣੋ ਜਨ ਭਾਈ, ਗੁਰ ਸੇਵਿਓ ਬੇਗ ਬੇਗਾਲੀ। ਇਹ ਜਿਹੜੇ ਇਹਦੇ ਅਰਥ ਕੀਤੇ ਆ, ਪਹਿਲਾਂ ਉਹ ਲਾਈਨ ਪੜ੍ਹ ਦਈਏ। ਹੇ ਹਰੀ ਦੇ ਸੰਤ ਜਨੋ, ਹੇ ਭਰਾਵੋ ਸੁਣੋ, ਛੇਤੀ ਗੁਰੂ ਦੀ ਸ਼ਰਨ ਪੈ ਜਾਓ। 5 ਮਿੰਟਾਂ ਚ 5 ਮਿੰਟ ਹੀ ਲਾਓ, ਸ਼ਰਨ ਪੈ ਜਾਓ। ਇਹ ਭਾਈ ਇਹ ਹੌਲੀ ਹੌਲੀ ਹੋਣਾ। ਜਿਉਂ ਜਿਉਂ ਤੁਸੀਂ ਇਹ ਪਹਿਲੀਆਂ ਤੁਕਾਂ ਕਮਾਉਂਦੇ ਆਵੋਗੇ, ਉਸ ਤੋਂ ਬਾਅਦ ਇਹ ਕਲਾ ਵਰਤਣੀ ਹੈ। ਹਰ ਕੇ ਸੰਤ ਸੁਣੋ
जन भाई गुर सेवो बेग बेगाली। जिन्हां ने ये कमाइयां कीतियां ने, जिन्हां ने ये ज्ञान दिता है, वो ज्ञान दे नाल सांझ पाओ। संत जनां नूं थोड़ा लोड़ है, हे हरि दे संत जनो छेती गुरु दी शरण पै जाओ। ਇਹਦਾ मतलब फिर संत ਜਿਹੜਾ ਉਹ ਤੇ ਕੋਈ ਕਿਸੇ ਗਿਣਤੀ 'ਚ ਨਹੀਂ ਹੈ ਜੇ ਸ਼ਰਨ 'ਚ ਨਹੀਂ ਹੈ ਸੰਤ ਤੇ। संत ते बड़ी बहुत उच्ची अवस्था है। कि जिस तरह गुरु दी चाल चल चल के गुरु दा कहा मन मन के संत जना ने मेहनत की है, तुसी भी उस मेहनत वाले पासे तुरना शुरू करो। हर के संत सुन हो, जिदा वो संत जना ने मेहनत कर करके गुरु दे दसे हुए मार्ग ते चल चल के नाम जप जप के सेवा की है, शब्द की सेवा की है, एन उसे तरह तुसी भी इस उद्यम वाले पासे आओ, गुरु दी शरण पै जाओ। जदों पल्ला फड़ा पति परमेश्वर ने ते जीव इस्त्री दा काम है ओदे कहने चावे, सारी जिंदगी ओदा बन के रहना सीखे। सतगुर सेव खर्च हर बंद हो, मत जान हो आज के कल। ये शब्द की सेवा कर करके खर्च हर बंद हो। ये जिहड़ा शब्द का जपना है यही तुहाडा खर्च है रास्ते दा। नाम लै तेरे कुल्हे न लागे गाल जियो, संतां संगत पाईऐ जित जम के पंथ न जाईऐ, तोसा हर का नाम लै तेरे कुल्हे न लागे गाल जियो। वो शब्द की सेवा कर करके नाम जप जप के असीं अपने अगले रास्ते दा अगले जीवन दा जिहड़ा खर्चा है वो अपने कोल संभाल के रखना। इदां ना सोचो कि अज कर लांगे कल नूं कर लांगे ना, हुणे ज्ञान सुनदे सार ही ਉਹਦੇ ਤੇ ਅਸੀਂ ਅਮਲ करना शुरू करना। ज्ञान कोई दूसरी गल ही नहीं करता। ज्ञान एको गल सानू दृढ़ा रहा है कि जपो तां एको नामा अवर निरा फल कामा। सतगुर सेव खर्च हर बंद हो, मत जान हो आज के कल ही। इदां ना सोची कल नूं करांगे, कोई ना मैं आ काम कर ला फिर मैं कर लूंगा ना। ये करना पैना है, ताइयों ये कला वरते। किदां जपीए, किदां सुनीए, किदां असीं ये खर्च अपने नाल बन्नीए, संतां दी गल किदां सुनीए, किदां असीं शरण च पईए। गुरसिख मीत चलो गुर चाली, बाणी पढ़ रहे हो, ਉਹਨੂੰ ਅਮਲ 'ਚ ਲੈ ਕੇ ਆਓ।
ਜੋ ਗੁਰ ਕਹੈ ਸੋਈ ਭਲ ਮਾਨੋ, ਭਲਾ ਕਰਕੇ ਮੰਨੋ। ਕੀ ਮੰਨੀਏ? ਹਰ ਹਰ ਕਥਾ ਨਿਰਾਲੀ। ਨਾਮ ਜਪਣ ਚ ਹੀ ਬਰਕਤ ਹੈ। ਇਹ ਸਾਰੀਆਂ ਗੱਲਾਂ ਦੀ ਪੁਸ਼ਟੀ ਨਾਮ ਜਪ ਕੇ ਹੀ ਹੋਣੀ ਹੈ। ਇਸੇ ਕਰਕੇ ਕਿਹਾ ਸੀ ਗੁਰੂ ਰਾਮਦਾਸ ਪਾਤਸ਼ਾਹ ਨੇ, ਪਿਛਲਾ ਸ਼ਬਦ ਅਸੀਂ ਵਿਚਾਰਿਆ, ਕਬ ਕੋ ਭਾਲੈ ਘੁੰਗਰੂ ਤਾਲਾ, ਕਬ ਕੋ ਬਜਾਵੈ ਰਬਾਬ, ਆਵਤ ਜਾਤ ਬਾਰ ਖਿੰਨ ਲੱਗੈ, ਹੁਣ ਤਬ ਲਗ ਸਮਾਰੂ ਨਾਮ। ਜੇ ਇਹ ਨਾਮ ਜਪਣਾ ਇੰਨਾ ਇੰਪੋਰਟੈਂਟ ਨਾ ਹੁੰਦਾ ਤੇ ਕਿਉਂ ਉਹਨਾਂ ਨੇ ਕਹਿਣਾ ਸੀ ਇਹ ਸਾਜ਼ਬਾਜ਼ ਸਿੱਧੇ ਪੱਧਰੇ ਕਰਦਿਆਂ ਨੂੰ ਇਹਨਾਂ ਨੂੰ ਟਾਈਮ ਲੱਗਣਾ, ਸੁਰ ਮੈਂ ਕਿਉਂ ਆਪਣਾ ਟਾਈਮ ਜ਼ਾਇਆ ਕਰਾਂ, ਮੈਂ ਨਾਮ ਜਪਾਂ। ਇਹ ਭਗਤੀ ਦੀ ਅਵਸਥਾ ਹੈ। ਕਈ ਕਹਿੰਦੇ ਜੀ ਸਾਡੀ ਤ੍ਰਿਪਤੀ ਜਿਹੜੀ ਹੈ ਸਵੇਰੇ ਅੱਧਾ ਘੰਟਾ ਜਪ ਕੇ ਹੋ ਜਾਂਦੀ ਹੈ, ਕਈ ਕਹਿੰਦੇ ਘੰਟਾ, ਕਈ ਫਿਰ ਜਿਹੜੇ ਮਿਹਨਤ ਕਰਦੇ ਨੇ, ਜਿਹੜੇ ਮਨ ਨੂੰ ਸਾਧਨਾ ਸਿੱਖ ਗਏ ਨੇ ਬਾਣੀ ਪੜ੍ਹ ਪੜ੍ਹ ਕੇ ਗਿਆਨ ਲੈ ਕੇ, ਉਹ ਫਿਰ ਅੱਠੋਂ ਪੈਰ ਇਸ ਅਵਸਥਾ ਚ ਆ ਜਾਂਦੇ ਆ। ਪੈਰ ਇਹੀ ਗੁਰੂ ਦੀ ਚਾਲ ਹੈ। ਇਹ ਤਾਈਓ ਨਿਰਾਲੀ ਹੈ ਨਾਮ ਜਪਣ ਦੀ ਕਥਾ, ਹਰ ਹਰ ਕਥਾ। ਇਸੇ ਨੂੰ ਕਥਾ ਕਿਹਾ, ਇਹਨੂੰ ਅਕਥ ਕਥਾ ਵੀ ਕਿਹਾ। ਬੜੀਆਂ ਉੱਚੀਆਂ ਗੁੱਝੀਆਂ ਗੱਲਾਂ ਨੇ, ਆਪਾਂ ਇਹਨਾਂ ਨੂੰ ਵਿਚਾਰਦੇ ਜਾਵਾਂਗੇ ਅੱਗੇ ਜਾ ਕੇ। ਹੁਣ ਇੱਥੇ ਅਸੀਂ ਪੜ੍ਹਿਆ ਹਰ ਕੇ ਸੰਤ ਸੁਣੋ, ਇੱਥੇ ਹੈ ਹਰ ਕੇ ਸੰਤ ਜਪੋ। ਹਰ ਜਪਣਾ, ਹਰ ਸੰਤ ਚੱਲੈ ਹਰ ਨਾਲੀ। ਪਤੀ ਪਰਮੇਸ਼ਰ ਦੇ ਕਹਿਣੇ ਚ ਆ ਗਈ ਜੀਵ ਇਸਤਰੀ। ਪਤੀ ਵੀ ਖੁਸ਼ ਹੈ, ਜੀਵ ਇਸਤਰੀ ਵੀ ਖੁਸ਼ ਹੈ। ਹਰ ਕੇ ਸੰਤ ਜਪੋ, ਸੰਤਾਂ ਨੇ ਜਪਿਆ ਹੈ, ਜਪ ਜਪ ਕੇ ਇੱਥੇ ਪਹੁੰਚੇ ਨੇ, ਜਪ ਜਪ ਕੇ ਗੁਰੂ ਦੀ ਚਾਲ ਦੀ ਪਛਾਣ ਉਹਨਾਂ ਨੇ ਕੀਤੀ, ਜਪ ਜਪ ਕੇ ਉਹ ਗੁਰੂ ਦੇ ਕਦਮ ਚ ਕਦਮ ਲਾ ਕੇ ਚੱਲੇ। ਸਾਡਾ ਵੀ ਫਰਜ਼ ਹੈ ਅਸੀਂ ਉਹ ਰਸਤਾ ਅਪਣਾਈਏ, ਅਸੀਂ ਵੀ ਨਾਮ ਜਪੀਏ, ਜਪ ਹੋ, ਨਾਮ ਜਪਣ ਵਾਲੇ ਪਾਸੇ ਲੱਗੀਏ। ਹਰ ਜਪਣਾ, ਸ਼ਬਦ ਜਪਣਾ, ਹਰ ਸੰਤ ਚੱਲੈ ਹਰ ਨਾਲੀ। ਸੰਤ ਦਾ ਮਾਰਗ ਵੀ ਉਹੀ ਹੈ। ਵਡਭਾਗੀਆਂ ਵਾਹੋ ਵਾਹੋ ਮੂੰਹੋਂ ਕਢਾਏ। संत का मार्ग धर्म की पौड़ी, को वडभागी पाए। कोट जन्म के केल विख नासे, हर चरणी चित लाए। आ है संत दा मार्ग, केवल ते केवल नाम जपना, नाम दा अभ्यास। संत भी तुहाडे अंदर ही प्रगट हो जाना है, गुरु दा मार्ग भी तुहाडे अंदर ही अंदर ये आत्मक मार्ग शुरू हो जाना। जिन हर जपिया से हर होए। जिन्हां ने फिर वो उद्यम किया, नाम जपिया, की हो गया उन्होंने? से हर होए, वो अकाल पुरख का रूप ही बन गए। रोज पढ़ते हैं, जिन सेविया मेरा हर जी, ते हर हर रूपे समासी। रूप दे विच ਉਹਦੇ ਅਰਗੇ ਹੀ ਬਣ ਜਾਂਦੇ। ਗੁਰੂ ਸਾਹਿਬਾਨਾਂ ਨੂੰ ਐਵੇਂ ਸਤਕਾਰ ਨਹੀਂ ਸੀ ਇੰਨਾ।
क्योंकि वो नाम जप जप के ये सारियां अवस्थावां चों लंघ चुके सी। ते सतगुरु की नदर उन्हां ते हुई। जिन हर जपिया से हर होए। उन्हें फिर अपने नाल ही मिला लिया। पहलों पल्ला फड़िया, पल्ला फड़ के फिर जीव इस्त्री ਉਹਦੇ कहने चाहिए, कहने चा के फिर जिथे भी पति परमेश्वर है उत्थे जीव इस्त्री नाल ही। हर मिलिया केल के लाली। नाम जप जप के उस अकाल पुरख के स्वरूप च ही आ जाना। और जिन्हां ने फिर उन्होंने नाम जप जप के ਉਹਦੇ रूप च आ गए ने, ਉਹਦੇ रूप च समा गए ने, ਉਹਦੇ वर्गे बन गए ने। करैक्टरिस्टिक्स, आदतां, स्वरूप सारा कुछ ਉਹਦੇ वर्गा हो गया। हर मिलिया केल के लाली। वो फिर ਜਿਹੜਾ ਸਭ ਤੋਂ ਬੇਅੰਤ ਵਡਪੁਰਖ, ਦਾਤਾ, ਅਕਾਲ ਪੁਰਖ, ਚੋਜ ਤਮਾਸ਼ੇ ਕਰਨ ਵਾਲਾ ਚੋਜੀ ਹੈ, ਉਹਦੇ ਨਾਲ ਉਹ ਮਿਲ ਜਾਂਦੇ। ਜੋ ਉਸ ਬੇਅੰਤ ਕਰਤੇ ਪੁਰਖ ਦੀਆਂ ਵਡਿਆਈਆਂ ਨੇ, ਸਾਰੀਆਂ ਵਡਿਆਈਆਂ ਦੇ ਫਿਰ ਉਹ ਓਨਰ ਬਣ ਜਾਂਦੇ ਨੇ। ਸੋ ਜੋ ਕੁਛ ਪਤੀ ਦਾ ਹੁੰਦਾ ਹੈ ਉਸ ਚੀਜ਼ ਤੇ ਫਿਰ ਜੀਵ ਇਸਤਰੀ ਦਾ ਹੱਕ ਹੋ ਜਾਂਦਾ। ਇਹ ਸਾਰਾ ਵਾਪਰਿਆ ਕਿਦਾਂ, ਸਾਰਾ ਹੋਇਆ ਕਿਦਾਂ? ਗੁਰਸਿੱਖ ਨੀਤ ਚੱਲੋ ਗੁਰ ਚਾਲੀ। ਗੁਰੂ ਦਾ ਕਹਿੰਦੇ ਮਾਰਗ ਅਡਾਪਟ ਕਰ ਲਓ, ਜੋ ਗੁਰੂ ਕਹਿ ਰਿਹਾ ਉਹਨੂੰ ਮੰਨੋ। That is all. ਇਹੀ ਰਹੱਸ ਹੈ। ਅਸੀਂ ਉਹ ਮੰਨਿਆ ਹੀ ਨਹੀਂ। ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਬਹੁਤ ਪ੍ਰਕਾਸ਼ ਕਰਤਾ, ਪ੍ਰਕਾਸ਼ ਦਿਵਸ ਅਸੀਂ ਮਨਾਈ ਗਏ, ਪਰ ਪੜ੍ਹਿਆ ਹੈ ਹੀ ਨਾ ਵਿੱਚ ਲਿਖਿਆ ਕੀ ਹੈ। ਉਹਨੂੰ ਖੋਜਣ ਦੀ, ਸਮਝਣ ਦੀ ਕੋਸ਼ਿਸ਼ ਹੀ ਨਹੀਂ ਕੀਤੀ। ਪੰਜਾਬੀ ਪੰਜਾਬੀ ਅਸੀਂ ਕਰਦੇ ਹਾਂ, ਪਰ ਪੰਜਾਬੀ ਬੋਲੀ ਸਾਨੂੰ ਪਤਾ ਹੀ ਨਹੀਂ। ਪੰਜਾਬੀ ਬੋਲੀ ਇਹਨੂੰ ਵਰਤਣਾ ਕਿੱਦਾਂ, ਇਹ ਭਾਸ਼ਾ ਦਾ ਕੀ ਗਿਆਨ ਹੈ, ਇਹਦਾ ਵਿਆਕਰਣ ਕੀ ਹੈ। ਅਸੀਂ ਸਾਰੀਆਂ ਸਿਹਾਰੀਆਂ ਔਂਕੜ ਗੂੰਗੇ ਕਰ ਦਿੱਤੇ, ਵੀ ਮਤਲਬ ਹੀ ਕੋਈ ਨਹੀਂ ਹੈ। ਮੈਂ ਪਿੱਛੇ ਦੱਸ ਆਇਆ, ਜਪ ਜੱਜਾ ਪੱਪਾ ਪੱਪੇ ਨੂੰ ਸਿਹਾਰੀ ਤੇ ਜੱਜਾ ਪੱਪਾ ਪੱਪੇ ਨੂੰ ਔਂਕੜ। 3 ਅੱਖਰ ਨੇ, 3 ਸਰੂਪ ਨੇ ਸਾਰੇ ਗੁਰੂ ਗ੍ਰੰਥ ਸਾਹਿਬ ਚ ਅੱਖਰ ਦੇ। ਹੁਣ ਜਿਹੜਾ ਜੱਜਾ ਪੱਪਾ ਸਰੂਪ ਹੈ, ਜਿਹੜਾ ਜੱਜਾ ਤੇ ਪੱਪਾ ਸਿਰਫ, ਇਹ ਰਿਜੈਕਟਡ ਹੈ। ਇਹ ਹੈ ਜਿਹੜੇ ਜਪ ਤਪ ਕਰਨੇ ਪੁੱਠੇ ਸਿੱਧੇ ਹੋ ਕੇ, ਦਰਖਤਾਂ ਤੇ ਲਟਕ ਲਟਕ ਕੇ, ਜਾਂ ਵਾਲ ਆਪਣੇ ਟਾਹਣਿਆਂ ਨਾਲ ਬੰਨ ਕੇ ਕਰਨਾ, ਇਹ ਪਖੰਡ ਹੈ। ਇਹਨੂੰ ਤੇ ਇਹਨੂੰ ਕਰਮ ਧਰਮ ਪਾਖੰਡ ਜੋ ਦਿਸੈ ਤਿੰਨ ਜਮ ਜਾਗਾਤੀ ਲੂਟੈ, ਸਾਰਾ ਕੁਝ ਇੱਥੇ ਤੇਰਾ ਖਤਮ ਕਰ ਦੇਣਾ ਉਹਨਾਂ ਨੇ। ਨਾਰਮਲ ਠੰਡੇ ਰਹਿ ਕੇ ਆਰਾਮ ਦੇ ਨਾਲ ਰੂਟੀਨ ਦੇ ਵਿੱਚ ਆਪਾਂ ਨਾਮ ਜਪਣਾ ਸਿੱਖਣਾ। ਇਹ ਹੈ ਗੁਰੂ ਦੀ ਚਾਲ। ਸਾਰਾ ਕੁਝ ਇੱਕਦਮ ਥੋੜਾ ਹੋ ਜਾਂਦਾ। ਜੋ ਵੀ ਕੁਦਰਤੀ ਤੌਰ ਤੇ ਇੱਕਦਮ ਹੁੰਦਾ ਹੈ ਉਹ ਨੁਕਸਾਨਦੇਹ ਹੈ। ਮੱਠੀ ਮੱਠੀ ਪੌਣ ਚੱਲਦੀ ਹੈ, ਚੰਗੀ ਲੱਗਦੀ ਹੈ, ਬੜੀ ਸੋਹਣੀ ਬਾਤ ਚੱਲਦੀ ਹੈ। ਇੱਕਦਮ ਹਨੇਰੀ ਆ ਜਾਵੇ, ਉਹ ਸਭ ਤੂਫਾਨ, ਸਭ ਘਰ-ਬਾਰ, ਦਰਖਤ ਪੁੱਟ ਕੇ ਰੱਖ ਦਿੰਦਾ ਤੂਫਾਨ। ਦਰਿਆ ਦਾ ਪਾਣੀ ਵਗਦਾ ਬੜਾ ਸੋਹਣਾ ਲੱਗਦਾ,
ਮੱਠਾ ਮੱਠਾ ਵਗਦਾ ਪਾਣੀ, ਬਹੁਤ ਸੋਹਣਾ ਲੱਗਦਾ। ਪਰ ਜੇ ਇੱਕਦਮ ਪਾਣੀ ਆ ਜਾਵੇ ਤੇ ਉਹ ਹੜ ਆ ਜਾਂਦਾ, ਸਾਰਾ ਕੁਝ ਰੋੜ ਦੇ ਨਾਲ ਲੈ ਜਾਂਦਾ। ਸੂਰਜ ਜਿਹੜਾ ਦੇਖੋ ਹੌਲੀ ਹੌਲੀ ਚੜ੍ਹਦਾ, ਕੁਦਰਤੀ ਵਰਤਾਰਾ, ਬਹੁਤ ਹੌਲੀ ਹੌਲੀ ਚੜ੍ਹਦਾ, ਫਿਰ ਦੁਪਹਿਰ ਨੂੰ ਕਿਤੇ ਜਾ ਕੇ ਪੂਰਾ ਭੱਖ ਕੇ ਸਾਡੇ ਸਿਰ ਦੇ ਉੱਤੇ ਆਉਂਦਾ। ਇਸ ਤਰ੍ਹਾਂ ਇਹ ਕਲਾ ਵਰਤਣੀ ਹੈ। ਹਰ ਹਰ ਜਪਨ ਜਪ ਲੋਚ ਲੋਚਾਨੀ, ਹਰ ਕਿਰਪਾ ਕਰ ਬਨਵਾਲੀ। ਹੁਣ ਅਵਸਥਾ ਇਹ ਆ ਗਈ ਹੈ ਵੀ ਇਸਤਰੀ ਵੀ ਪਤੀ ਤੋਂ ਬਿਨਾਂ ਨਹੀਂ ਰਹਿ ਸਕਦੀ। ਨਾਮ ਜਪਣ ਤੋਂ ਬਿਨਾਂ ਅਭਿਆਸੀ ਰਹਿ ਹੀ ਨਹੀਂ ਸਕਦਾ। ਐਸੀ ਉਹਨੂੰ ਤਾਂਗ, ਐਸੀ ਲੋਚ ਉਹਦੇ ਅੰਦਰ ਨਾਮ ਜਪਣ ਦੀ ਪੈਦਾ ਹੋ ਜਾਂਦੀ ਹੈ। ਜਿਸ ਤਰ੍ਹਾਂ ਪਿਛਲੇ ਸ਼ਬਦ 'ਚ ਅਸੀਂ ਵਿਚਾਰਿਆ ਕਿ ਮੱਛੀ ਜਲ ਤੋਂ ਬਿਨਾਂ ਜਿਹੜੀ ਆ ਉਹ ਤੜਫ ਕੇ ਮਰਦੀ ਹੈ, ਇਸ ਤਰ੍ਹਾਂ ਅਭਿਆਸੀ ਨਾਮ ਜਪਣ ਤੋਂ ਬਿਨਾਂ ਤੜਫ ਕੇ ਮਰਦਾ ਹੈ। ਉਹ ਬਾਰ-ਬਾਰ ਬੇਨਤੀ ਕਰਦਾ ਹੈ, ਦਾਦਾ ਜੀ ਕਿਰਪਾ ਕਰੋ, ਨਾਮ ਜਪਣਾ ਨਾ ਖੁੱਸੇ ਮੇਰੇ ਤੋਂ ਇੱਕ ਪਲ ਵਾਸਤੇ। ਜਨ ਨਾਨਕ, ਨਾਨਕ ਦਾ ਜਨ ਜਾਂ ਨਾਨਕ ਜਨ, ਇੱਥੇ ਕੱਕਾ ਮੁਕਤਾ ਹੈ, ਇੱਥੇ ਨਾਨਕ ਜਨ ਆਏਗਾ। ਗੁਰੂ ਰਾਮਦਾਸ ਪਾਤਸ਼ਾਹ। ਸੰਗਤੇ ਤਤੇ ਨੂੰ ਸਿਹਾਰੀ, ਸਾਧ ਹਰ ਮੇਲੋ। ਉਸ ਨਾਮ ਜਪਣ ਦੀ ਬਰਕਤ ਦੇ ਨਾਲ ਸਾਧ ਸਾਡੇ ਅੰਦਰ ਪ੍ਰਗਟ ਹੋ ਜਾਣਾ। ਸਾਧ ਨੇ ਸਾਨੂੰ ਅੰਦਰ ਹੀ ਆ ਕੇ ਮਿਲ ਜਾਣਾ। ਇਹ ਕਹਿੰਦੇ ਜੀ ਮਿਹਰ ਕਰ ਮੈਨੂੰ ਸਾਧ ਸੰਗਤ ਵਿੱਚ ਮਿਲਾਈ ਰੱਖ, ਮੈਨੂੰ ਤੇਰੇ ਸੰਤ ਜਨਾਂ ਦੇ ਚਰਨਾਂ ਦੀ ਧੂੜ ਮਿਲੀ ਰਹੇ। ਧੂੜ ਕਿੱਥੇ ਮਿਲਦੀ ਹੈ? ਕਿਹੜੀ ਧੂੜ ਦੀ ਗੱਲ ਕੀਤੀ ਹੈ? ਇਹ ਸਾਰੀ ਸਪਿਰਿਚੁਅਲ ਡਸਟ ਹੈ, ਸਪਿਰਿਚੁਅਲ ਡਸਟ। ਇਹ ਬਾਹਰ ਦੀ ਮਿੱਟੀ ਨਹੀਂ ਹੈ। ਧੂੜ ਮੁੱਖ ਲੱਗੀ, ਬਾਹਰ ਦੀ ਮਿੱਟੀ ਕੋਈ ਲਾ ਕੇ ਦੱਸੇ ਬੁੱਲਾਂ ਨੂੰ, ਮੂੰਹ ਨੂੰ ਲਾ ਕੇ ਦੱਸੇ, ਖਾ ਕੇ ਦੱਸੇ ਕੋਈ। ਜਨ ਨਾਨਕ ਸੰਗਤ ਸਾਧ ਹਰ ਮੇਲੋ। ਇਸ ਜਿਹੜਾ ਮੈਂ ਹਰ ਹਰ ਜਪਨ ਜਪ ਲੋਚ ਲੋਚਾਨੀ, ਜਿਹੜਾ ਮੈਂ ਸ਼ਬਦ ਦਾ ਜਪਣਾ ਕਰ ਰਿਹਾ, ਐਸ ਸੰਗਤ ਦੇ ਨਾਲ, ਸ਼ਬਦ ਦੀ ਸੰਗਤ ਦੇ ਨਾਲ ਸਾਧ ਹਰ ਮਿਲ ਹੋ। ਸਾਧ ਨੇ ਸਾਡੇ ਅੰਦਰ ਹੀ ਪ੍ਰਗਟ ਹੋ ਜਾਣਾ। ਤੇ ਅਸੀਂ ਕੀ ਕਰਨਾ? ਹਮ ਸਾਧ ਜਨਾ ਪਗ ਰਾਜੀ। ਅਸੀਂ ਉਸ ਸਾਧ ਦੀ ਜਿਹੜੀ ਸਪਿਰਿਚੁਅਲ ਡਸਟ ਹੈ, ਉਹਦੇ 'ਚ ਮਿਲੇ ਰਹੀਏ। ਉਹਦੇ ਪੈਰ ਪਾ ਕੇ, ਉਹਦੇ ਕਦਮ ਨਾਲ ਕਦਮ ਮਿਲਾ ਕੇ ਚੱਲਦੇ ਰਹੀਏ। ਕਿਸ ਤਰ੍ਹਾਂ ਸੰਭਵ ਹੋਊਗਾ? ਗੁਰਸਿੱਖ ਨੀਤ ਚੱਲੋ ਗੁਰ ਚਾਲੀ। ਸਾਨੂੰ ਗੁਰੂ ਦੀ ਚਾਲ ਦੇ ਨਾਲ ਚਾਲ ਮਿਲਾਉਣੀ ਪੈਣੀ ਹੈ। ਗੁਰੂ ਗੁਰਬਾਣੀ ਹੈ, ਬਾਣੀ ਹੈ, ਜੋ ਗੁਰ ਕਹੈ ਸੋਈ ਭਲ ਮਾਨੋ, ਹਰ ਹਰ ਕਥਾ ਨਿਰਾਲੀ। ਇਸ ਨਿਰਾਲੀ ਕਥਾ ਦਾ ਆਨੰਦ ਇਹੀ ਹੈ ਕਿ ਇਹਨੂੰ ਅੱਠੋਂ ਪੈਰ ਕਹਿੰਦੇ ਰਹੀਏ, ਸੁਣਦੇ ਰਹੀਏ। ਇੱਕਦਮ ਇਹ ਅਵਸਥਾ ਨਹੀਂ ਆਏਗੀ, ਇੱਕਦਮ ਇਹ ਅਵਸਥਾ ਨਹੀਂ ਆਏਗੀ। ਪਹਿਲਾਂ ਕੱਲਿਆਂ ਨੂੰ ਮਿਹਨਤ ਕਰਨੀ ਪੈਣੀ ਹੈ। ਫਿਰ ਭਾਵੇਂ ਅਭਿਆਸੀ ਆਪਣੇ ਪਰਿਵਾਰ 'ਚ ਬੈਠਾ ਰਵੇ, ਨਾਮ ਉਹਦਾ ਚੱਲਣਾ ਸ਼ੁਰੂ ਹੋ ਜਾਣਾ।
ਫਿਰ ਭਾਵੇਂ ਅਭਿਆਸੀ ਸੌਂ ਜਾਵੇ ਰਾਤ ਨੂੰ, ਫਿਰ ਵੀ ਉਹਦਾ ਨਾਮ ਚੱਲਣਾ ਸ਼ੁਰੂ ਹੋ ਜਾਣਾ। ਫਿਰ ਭਾਵੇਂ ਅਭਿਆਸੀ ਕੋਈ ਵੀ ਕੰਮ ਕਿਉਂ ਨਹੀਂ ਕਰ ਰਿਹਾ, ਨਾਲ-ਨਾਲ ਉਹਦੀ ਰਸਨਾ ਤੇ ਉਹਦੇ ਜ਼ਿਹਨ ਦੇ ਵਿੱਚ ਪਹਿਲਾਂ ਜਪਣਾ ਹੈ ਦੇਖੋ, ਫਿਰ ਇਹ ਸੁਣਨਾ ਹੈ, ਫਿਰ ਇਹ ਧਿਆਨ ਦੇ ਵਿੱਚ ਆ ਜਾਣਾ, ਫਿਰ ਧਿਆਨ ਤੋਂ ਬਾਅਦ ਸਿਮਰਨ ਦੇ ਵਿੱਚ। ਤੇ ਬੜੇ ਉੱਚ ਹੱਦੀ ਵੈਣ ਨੇ ਗੁਰੂ ਨਾਨਕ ਦੇ ਘਰ ਦੇ। ਆਪਾਂ ਇਹਨਾਂ ਦੇ ਪਾਠ ਕਰ ਕਰਕੇ ਜਾਂ ਇਹਨਾਂ ਨੂੰ ਪੜ੍ਹ ਕੇ ਕਿ ਅਸੀਂ ਬੜੀ ਮਿਹਨਤ ਕਰ ਲਈ ਹੈ, ਨਾ, ਪੜ੍ਹ ਕੇ ਨਹੀਂ, ਇਹਨਾਂ ਨੂੰ ਅਮਲ 'ਚ ਲੈ ਕੇ ਹੀ ਆਪਾਂ ਕਿਤੇ ਪਹੁੰਚ ਸਕਦੇ ਹਾਂ। ਨਹੀਂ ਤੇ ਦੇਖੋ ਕਿੰਨੀ ਦੁਨੀਆ ਧਰਮ ਪ੍ਰਚਾਰ ਦੇ ਖੇਤਰ 'ਚ ਲੱਗੀ ਹੈ, ਸਭ ਨੇ ਤਰ ਜਾਣਾ ਸੀ, ਸਾਰੇ ਬ੍ਰਹਮ ਗਿਆਨੀ ਬਣ ਜਾਣੇ ਸੀ। ਨਾਮ ਨਹੀਂ ਜਪਿਆ ਕਿਸੇ ਨੇ, ਨਾਮ ਜਪ ਕੇ ਨਹੀਂ ਮਿਹਨਤ ਨਹੀਂ ਕੀਤੀ। ਸੋ ਇਹ ਸਾਰਾ ਕੁਝ ਅਭਿਆਸ, ਨਾਮ ਅਭਿਆਸ ਦੀ ਬਰਕਤ ਦੇ ਨਾਲ ਹੈ। ਗੁਰੂ ਪਾਤਸ਼ਾਹ ਕਿਰਪਾ ਕਰਨ। ਅਸੀਂ ਬਾਣੀ ਚੋਂ ਗਿਆਨ ਲੈ ਕੇ ਉਸ ਬਾਣੀ ਨੂੰ ਆਪਣੇ ਅੰਦਰ ਢਾਲੀਏ, ਉਹਨੂੰ ਜੀਵੀਏ, ਉਸ ਮਾਰਗ ਤੇ ਚੱਲੀਏ, ਤਾਂ ਇਹ ਜਾ ਕੇ ਕਿਤੇ ਜਿਹੜੀ ਹੈ ਜੀਵ ਇਸਤਰੀ ਉਸ ਪਤੀ ਪਰਮੇਸ਼ਰ ਨੂੰ ਪਾਏਗੀ, ਕਿਉਂਕਿ ਜੀਵ ਇਸਤਰੀ ਉਸੇ ਤਰ੍ਹਾਂ ਦੀ ਹੋਏਗੀ, ਉਸ ਦੇ ਲੈਵਲ ਦੀ ਹੋਏਗੀ। ਫਿਰ ਜੋ ਵੀ ਪਤੀ ਪਰਮੇਸ਼ਰ ਕੋਲ ਧਨ ਦੌਲਤ ਹੈ, ਉਹ ਫਿਰ ਜੀਵ ਇਸਤਰੀ ਦਾ ਪੂਰਾ ਹੱਕ ਹੋਏਗਾ ਉਹਦੇ। ਹਰ ਹਰ ਕਥਾ ਨਿਰਾਲੀ, ਜੋ ਗੁਰ ਕਹੈ ਸੋਈ ਭਲ ਮਾਨੋ, ਹਰ ਹਰ ਕਥਾ ਨਿਰਾਲੀ, ਗੁਰਸਿੱਖ ਮੀਤ ਚੱਲੋ ਗੁਰ ਚਾਲੀ। ਉਸ ਜੀਵਨ ਰਾਹ ਤੇ ਤੁਰਨਾ ਪੈਣਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਮੈਂ ਇੱਕ ਛੋਟੀ ਜਿਹੀ ਅਨਾਉਂਸਮੈਂਟ ਆਪ ਜੀ ਨੂੰ ਕਰਦਾ ਚੱਲਾਂ ਕਿ ਇਸ ਤੋਂ ਬਾਅਦ ਹੀ 11 ਵਜੇ, 10:30 ਹੋਏ ਨੇ, ਅਰਾਊਂਡ 11 ਵਜੇ ਆਪਾਂ ਹੂਸਟਨ ਤੋਂ ਕੋਈ ਸੰਗਤ ਗੁਰਬਾਣੀ ਕੀਰਤਨ ਦੀ ਸੇਵਾ ਕਰਦੇ ਨੇ ਜ਼ੂਮ ਤੇ ਉਹਨਾਂ ਨੇ ਦਾਸ ਦੀ ਡਿਊਟੀ ਲਾਈ ਹੈ ਅੱਜ 11 ਵਜੇ। ਤੇ ਆਪਾਂ ਕੋਸ਼ਿਸ਼ ਕਰਦੇ ਹਾਂ ਇਹੀ ਸ਼ਬਦ ਪੜ੍ਹਦੇ, ਜਿਹੜਾ ਸ਼ਬਦ ਆਪਾਂ ਅੱਜ ਸਿੱਖਿਆ ਹੈ, ਸ਼ਬਦ ਦੇ ਭਾਵਾਂ ਦੇ ਦੇਸ਼ 'ਚ ਆਪਾਂ ਖੇਲੇ ਹਾਂ, ਇਹੀ ਸ਼ਬਦ ਆਪਾਂ ਪੜ੍ਹਨਾ ਹੈ। ਔਰ ਮੈਂ ਹੁਣੇ ਹੀ ਗਰੁੱਪ ਦੇ ਵਿੱਚ ਉਸ ਮੀਟਿੰਗ ਦਾ ਲਿੰਕ ਵੀ ਮੈਂ ਸ਼ੇਅਰ ਕਰ ਰਿਹਾ। ਤੇ ਕੋਸ਼ਿਸ਼ ਕਰਨੀ, ਜੇ ਸਮਾਂ ਹੋਵੇ ਤਾਂ ਆਪਾਂ ਉੱਥੇ ਵੀ ਆਪਾਂ ਬਾਣੀ ਨਾਲ ਸਾਂਝ ਪਾਉਣ ਦੀ ਕੋਸ਼ਿਸ਼ ਕਰਨੀ ਹੈ। ਸੋ ਗੱਜ ਵੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।